ਧੰਨ ਵਾਹਿਗੁਰੂ ਜੀ। ਦੇਵ ਗੰਧਾਰੀ ਮਹਲਾ ਨੌਵਾਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਆ ਦਾਰਾ ਕਿਆ ਮੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਆ ਦਾਰਾ ਕਿਆ ਮੀਤ, ਰਹਾ ਮੇਰੋ ਮੇਰੋ ਸਭੈ ਕਹਿਤ ਹੈ। ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋ। ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨਹਿ ਸਮਝਤ। ਸਿੱਖ ਦੈ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ। ਜੋ ਗਾਵੈ ਪ੍ਰਭ ਕੀ ਗੀਤ, ਮਨ ਮੂਰਖ ਅਜਹੂ ਨਹਿ ਸਮਝਤ। ਸਿੱਖ ਦੈ ਹਾਰਿਓ ਨੀਤ, ਨਾਨਕ ਭਉਜਲ ਪਾਰ ਪਰੈ। ਜੋ ਗਾਵੈ ਪ੍ਰਭ ਕੀ ਗੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੇ ਪ੍ਰੇਮ ਸਤਿਕਾਰ ਸਹਿਤ ਗੁਰੂ ਮਹਾਰਾਜ ਦੀ ਪਾਵਨ ਬਾਣੀ, ਸਤਿਗੁਰੂ ਦੀ ਅੰਮ੍ਰਿਤ ਸਰੂਪ ਬਾਣੀ ਦੇ ਪਾਠ ਤੇ ਸ਼ਬਦ ਕੀਰਤਨ ਆਪ ਸਰਬੱਤ ਸੰਗਤ ਨੇ ਬੜੇ ਅਦਬ ਸਹਿਤ ਸ਼ਰਵਣ ਕੀਤੇ ਨੇ। ਉਪਰੰਤ ਆਪ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਦੇਵ ਗੰਧਾਰੀ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 536 ਉੱਤੇ ਸੁਭਾਈਮਾਨ ਹੈ, ਪਾਠ ਦੇ ਰੂਪ ਵਿੱਚ ਆਪ ਜੀ ਨੇ ਇਸ ਸ਼ਬਦ ਨੂੰ ਸੁਣਿਆ ਹੈ। ਦੇਵ ਗੰਧਾਰੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁੱਲ 3 ਸ਼ਬਦ ਦਰਜ ਹਨ। ਸਤਿਗੁਰੂ ਦੀ ਮੁਬਾਰਕ ਬਾਣੀ ਦੇ ਵਿੱਚ ਪ੍ਰਕਰਨ ਮੁਤਾਬਕ ਜੋ ਟੌਪਿਕ ਚੱਲ ਰਿਹਾ ਹੈ, ਜੋ ਪ੍ਰਕਰਨ ਚੱਲ ਰਿਹਾ ਹੈ, ਕਿਸੇ ਸ਼ਬਦ ਵਿੱਚ ਕਿਸੇ ਵੀ ਲਫ਼ਜ਼ ਦੇ ਅਰਥ ਜਿਹੜੇ ਹਨ ਉਸ ਪ੍ਰਕਰਨ ਦੇ ਮੁਤਾਬਕ ਹੁੰਦੇ ਹਨ। ਉਦਾਹਰਣ ਵਜੋਂ ਝੂਠਾ ਸ਼ਬਦ ਜਿਹੜਾ ਹੈ ਇਹ ਨਾਸ਼ਵੰਤ, ਖਤਮ ਹੋ ਜਾਣ ਵਾਲੀ ਚੀਜ਼ ਵਾਸਤੇ ਵੀ ਵਰਤਿਆ ਗਿਆ ਹੈ। ਝੂਠਾ ਸ਼ਬਦ ਜਿਹੜਾ ਹੈ ਉਹ ਗਲਤ ਗੱਲ ਕਹਿਣ
ਜਾਂ ਗਲਤ ਕਰਮ ਕਰਨ ਦੇ ਪ੍ਰਥਾਏ ਵੀ ਬਾਣੀ ਦੇ ਵਿੱਚ ਵਰਤਿਆ ਗਿਆ ਹੈ। ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਨੂੰ ਪੜ੍ਹੀਏ, ਇਹਨੂੰ ਝੂਠ ਸ਼ਬਦ ਨੂੰ ਸਤਿਗੁਰੂ ਨੇ ਕੂੜ ਵੀ ਕਿਹਾ। ਜਦੋਂ ਸਤਿਗੁਰੂ ਕਹਿੰਦੇ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਤੇ ਉਹਦਾ ਭਾਵ ਹੈ ਵੀ ਸਾਰਾ ਕੁਝ ਖਤਮ ਹੋ ਜਾਣ ਵਾਲਾ ਹੈ। ਨਾ ਰਾਜੇ ਸਦਾ ਰਹਿੰਦੇ ਨੇ, ਨਾ ਪਰਜਾ ਉਹੋ ਜਿਹੀ ਰਹਿੰਦੀ ਹੈ। ਹਰ ਚੀਜ਼ ਬਦਲਦੀ, ਚੇਂਜ ਹੁੰਦੀ, ਤਬਦੀਲ ਹੁੰਦੀ ਰਹਿੰਦੀ ਹੈ। ਨਾ ਸੰਸਾਰ ਦਾ ਇਨਵਾਇਰਮੈਂਟ ਉਹੋ ਜਿਹਾ ਰਹਿੰਦਾ, ਮਾਹੌਲ ਉਹੋ ਜਿਹਾ ਰਹਿੰਦਾ, ਵਸਤੂਆਂ ਚੀਜ਼ਾਂ ਉਹੋ ਜਿਹੀਆਂ ਰਹਿੰਦੀਆਂ ਨੇ। ਸਤਿਗੁਰੂ ਮਹਾਰਾਜ ਨੇ ਕੂੜ ਸਭ ਸੰਸਾਰ ਕਹਿ ਕੇ ਇਹ ਦੱਸਣਾ ਚਾਹਿਆ ਹੈ ਵੀ ਇਹ ਸਾਰਾ ਪਸਾਰਾ ਜਿਹੜਾ ਲਗਾਤਾਰ ਇੱਕ ਸਫ਼ਰ ਵਿੱਚ ਹੈ, ਅਤੇ ਇਹ ਰੂਪ ਰੰਗ ਵਟਾਉਂਦਾ ਰਹਿੰਦਾ ਹੈ, ਅਤੇ ਹਰ ਚੀਜ਼ ਜਿਹੜੀ ਉਹ ਸਮੇਂ ਦੇ ਨਾਲ ਪੈਦਾ ਹੋ ਕੇ ਚੱਲ ਕੇ ਖਤਮ ਹੋ ਜਾਂਦੀ ਹੈ। ਉਸ ਦੀ ਜਗ੍ਹਾ ਦੇ ਉੱਤੇ ਦੂਜੀਆਂ ਚੀਜ਼ਾਂ ਆ ਕੇ ਉਹਦੀ ਥਾਂ ਪਾ ਲੈਂਦੀਆਂ ਨੇ। ਇਹਨੂੰ ਆਪਾਂ ਕਹਿ ਦਿੰਦੇ ਹਾਂ ਤਬਦੀਲੀ, ਇਸ ਨੂੰ ਆਪਾਂ ਕਹਿ ਦਿੰਦੇ ਹਾਂ ਬਦਲਾਓ, ਇਸ ਨੂੰ ਆਪਾਂ ਆਖਦੇ ਹਾਂ ਰਿਪਲੇਸਮੈਂਟ। ਵੀ ਜਿੱਥੇ ਜੋ ਅੱਜ ਚੀਜ਼ ਹੈ, ਖੌਰੇ ਪਹਿਲਾਂ ਕੀ ਸੀ ਅਤੇ ਆਉਣ ਵਾਲੇ ਵਕਤ ਵਿੱਚ ਕੀ ਹੋਏਗਾ। ਇਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਜੀ ਫਰਮਾਉਂਦੇ ਨੇ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਮੈਂ ਕਈ ਵਾਰ ਸੋਚਦਾ ਹਾਂ, ਕਹਿਣ ਵਾਲੇ ਇਹ ਮੰਚ ਹੈ, ਇੱਕ ਉਦਾਹਰਣ ਲਈਏ, ਇਸ ਸਟੇਜ ਦੇ ਉੱਤੇ ਪਤਾ ਨਹੀਂ ਕਿੰਨੇ ਹੋ ਗੁਜ਼ਰੇ ਨੇ ਅਤੇ ਕਿੰਨੇ ਆਉਣਗੇ। ਆਪ ਜਿੱਥੇ ਬੈਠੇ ਸੁਣ ਰਹੇ ਹੋ, ਖੌਰੇ ਕਿੰਨਿਆਂ ਨੇ ਪਹਿਲੋਂ ਸੁਣਿਆ। ਇਸੇ ਥਾਂ ਦੇ ਉੱਤੇ ਬੈਠ ਕੇ ਉਹਨਾਂ ਨੇ ਸਰੋਤੇ ਹੋਣ ਦਾ ਆਪਣਾ ਫਰਜ਼ ਨਿਭਾਇਆ। ਅੱਜ ਆਪਾਂ ਬੈਠੇ ਹਾਂ, ਆਉਣ ਵਾਲੇ ਸਮੇਂ 'ਚ ਹੋਰ ਬਹਿਣਗੇ। ਇਹ ਨਿਰੰਤਰ ਸਿਸਟਮ ਇਸੇ ਤਰ੍ਹਾਂ ਚੱਲਦਾ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ 'ਚ ਫਰਮਾਇਆ, ਕਿਸੇ ਦੀ ਥਾਂ ਸਦੀਵ ਕਾਲ ਵਾਸਤੇ ਪੱਕੀ ਨਹੀਂ ਹੈ, ਕਿਸੇ ਦਾ ਟਿਕਾਣਾ ਸਦਾ ਵਾਸਤੇ ਪੱਕਾ ਨਹੀਂ ਹੈ। ਮਹਾਰਾਜ ਇੱਕ ਤਾਂ ਇਸ ਅਰਥ ਦੇ ਵਿੱਚ ਕੂੜ ਜਾਂ ਝੂਠ ਸ਼ਬਦ ਵਰਤਦੇ ਨੇ। ਇੱਕ ਆਪਾਂ, ਜਿਵੇਂ ਮੈਂ ਪਹਿਲਾਂ ਦੂਸਰੀ ਬੇਨਤੀ ਕੀਤੀ ਸੀ, ਵੀ ਦੂਸਰਾ ਅਰਥ ਜਿਹੜਾ ਨਾ ਬਾਣੀ 'ਚ ਉਹ ਹੈ ਕੋਈ ਗਲਤ ਕਾਰਜ ਕਰਨਾ। ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਵੀ ਤੂੰ ਝੂਠ ਬੋਲਦਾ, ਇਹਦਾ ਮਤਲਬ ਹੁੰਦਾ ਵੀ ਤੂੰ ਗਲਤ ਗੱਲ ਕਹਿ ਰਿਹਾ, ਜੋ ਸਹੀ ਨਹੀਂ ਹੈ। ਜੋ ਸਹੀ ਹੈ ਤੂੰ ਉਹ ਨਹੀਂ ਆਖ ਰਿਹਾ, ਤੂੰ ਸਹੀ ਤੋਂ ਉਲਟ ਗੱਲ ਕਹਿ ਰਿਹਾ। ਉਸ ਨੂੰ ਵੀ ਬਾਣੀ ਦੇ ਵਿੱਚ ਫਰਮਾਇਆ ਗਿਆ ਹੈ, ਮੁੱਖ ਝੂਠਾ ਹੈ, ਝੂਠ ਬੋਲਣਾ, ਭਾਵ ਗਲਤ ਆਖਣਾ ਆਪਣੀ ਰਸਨਾ ਤੋਂ। ਚਾਹੇ ਉਹ ਭੈੜਾ ਹੋਵੇ, ਚਾਹੇ ਉਹ ਸਿਚੁਏਸ਼ਨ ਤੋਂ ਉਲਟ ਹੋਵੇ, ਚਾਹੇ ਉਹ ਧੋਖੇਬਾਜ਼ੀ ਵਾਲਾ ਹੋਵੇ, ਚਾਹੇ ਉਹ ਬਦ-ਅਖਲਾਕੀ, ਕੁਝ ਵੀ ਐਸਾ ਬਚਨ ਜਿਹੜਾ ਕਿਸੇ ਅਸੂਲ ਤੋਂ ਡੇਗ ਦਿੰਦਾ ਹੈ ਮਨੁੱਖ ਨੂੰ, ਜਿਹੜਾ ਦੂਸਰੇ ਦੇ ਜੀਵਨ 'ਚ ਖਲਲ ਪੈਦਾ ਕਰ ਦਿੰਦਾ ਹੈ, ਉਹ ਝੂਠਾ ਬਚਨ ਹੈ। ਇਸ ਤਰ੍ਹਾਂ ਹੁਣ ਸਤਿਗੁਰੂ ਨੇ ਤੀਸਰਾ ਇੱਕ ਅਰਥ ਹੋਰ ਵੀ ਝੂਠਾ ਜਾਂ ਝੂਠੇ ਸ਼ਬਦ ਦਾ ਵਰਤਿਆ। ਉਹਦਾ ਭਾਵ ਹੈ ਸਵਾਰਥੀ ਹੋਣਾ, ਵਿਖਾਵੇ ਮਾਤਰ ਕੰਮ ਕਰਨਾ। ਇਹ ਜੋ ਪਾਵਨ ਸ਼ਬਦ ਆਪ ਜੀ ਨੇ ਪਾਠ ਦੇ ਰੂਪ ਵਿੱਚ ਸੁਣਿਆ ਹੈ, ਗੁਰੂ ਤੇਗ ਬਹਾਦਰ ਮਹਾਰਾਜ ਇਹਦੇ ਵਿੱਚ ਫਰਮਾਉਂਦੇ ਨੇ, ਮੈਂ ਇਸ ਸੰਸਾਰ ਦੇ ਵਿੱਚ ਵਿਖਾਵੇ ਮਾਤਰ ਪ੍ਰੇਮ ਦੀ ਆਲੇ ਦੁਆਲੇ ਇੱਕ ਪ੍ਰਭਾਵ ਵੇਖਦਾ ਹਾਂ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਇੱਥੇ ਝੂਠੀ ਪ੍ਰੀਤ ਦਾ ਮਤਲਬ ਹੈ ਵਿਖਾਵੇ ਦਾ ਪਿਆਰ। ਅੰਦਰ ਭਾਵਨਾ ਨਹੀਂ ਹੈ, ਇਮਾਨਦਾਰੀ ਨਹੀਂ ਹੈ, ਪਰ ਪਿਆਰ ਜਤਲਾਇਆ ਜਾ ਰਿਹਾ ਹੈ। ਅਤੇ ਸਾਹਿਬ ਨੇ ਇਸ ਝੂਠੀ ਪ੍ਰੀਤ ਦੀ ਗੱਲ ਜਿਹੜੀ ਹੈ ਉਹ ਇਸ ਕਰਕੇ ਕੀਤੀ ਹੈ ਵੀ ਸੰਸਾਰ ਦੇ ਅੰਦਰ ਰਿਸ਼ਤੇ ਨਾਤੇ, ਜਿਹੜੀਆਂ ਫੈਮਿਲੀ ਰਿਲੇਸ਼ਨ ਨੇ, ਪਰਿਵਾਰਕ ਸੰਬੰਧ ਨੇ ਨਾ, ਸਤਿਗੁਰੂ ਨੇ ਆਖਿਆ ਇੱਥੋਂ ਤੱਕ ਬੰਦੇ ਵਿਖਾਵਾ ਕਰਦੇ ਨੇ ਵੀ ਆਪਣੇ ਪਰਿਵਾਰਕ ਸੰਬੰਧਾਂ ਦੇ ਵਿੱਚ ਵੀ ਉਹ ਇਸ ਵਿਖਾਵੇ ਨੂੰ ਜਿਸ ਵੇਲੇ ਲੈ ਕੇ ਆਉਂਦੇ ਨੇ ਤਾਂ ਉੱਥੇ ਵੀ ਬੇਈਮਾਨੀ ਕਰਦੇ ਨੇ। ਸਤਿਗੁਰੂ ਇੱਥੇ ਧਿਆਨ ਮਨੁੱਖੀ ਜੀਵਨ ਦੇ ਖੋਟ ਵਾਲੇ ਪਾਸੇ ਦਿਵਾ ਰਹੇ ਨੇ। ਇਹ ਸਾਰੇ ਸ਼ਬਦ ਨੂੰ ਮੈਂ ਕਈ ਵਾਰ ਪੜ੍ਹਨ ਦਾ ਯਤਨ ਕੀਤਾ। ਆਮ ਪ੍ਰਚਲਿਤ ਅਰਥਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਵੇਖੋ ਜੀ, ਸੰਸਾਰ ਦੀਆਂ ਸਾਰੀਆਂ ਪ੍ਰੀਤਾਂ ਝੂਠੀਆਂ ਨੇ, ਹਰ ਇੱਕ ਚੀਜ਼ ਬਿਨ ਸਜਾਣ ਵਾਲੀ ਹੈ। ਇਹ ਗੱਲ ਦਰੁਸਤ ਹੈ, ਗਲਤ ਨਹੀਂ। ਪਰ ਮਹਾਰਾਜ ਦੇ ਇਸ ਸ਼ਬਦ ਨੂੰ ਪੜ੍ਹਨ ਤੋਂ ਬਾਅਦ ਅਤੇ ਵਿਚਾਰਨ ਤੋਂ ਬਾਅਦ ਜਿਹੜਾ ਪ੍ਰਭਾਵ ਇਹਦੇ ਵਿੱਚੋਂ ਉਪਜਿਆ,
ਵੀ ਸਤਿਗੁਰੂ ਇੱਥੇ ਵਿਖਾਵੇ ਮਾਤਰ ਸੰਬੰਧਾਂ ਦੀ ਗੱਲ ਕਰ ਰਹੇ ਨੇ। ਬੇਈਮਾਨੀ ਰੱਖਣੀ ਕਿਸੇ ਰਿਲੇਸ਼ਨ ਦੇ ਵਿੱਚ, ਕਿਸੇ ਸਾਂਝ ਦੇ ਵਿੱਚ, ਕਿਸੇ ਵਿਹਾਰ ਦੇ ਵਿੱਚ ਸਤਿਗੁਰੂ ਉਹਦੇ ਪ੍ਰਥਾਏ ਝੂਠੀ ਪ੍ਰੀਤ ਦਾ ਜ਼ਿਕਰ ਕਰ ਰਹੇ ਨੇ। ਇੱਕ ਤੇ ਝੂਠੀ ਪ੍ਰੀਤ ਆ ਵੀ ਨਾਸ਼ ਹੋ ਜਾਣਾ, ਇਹ ਮੁਹੱਬਤ ਸਦਾ ਨਿਭਣੀ ਨਹੀਂ। ਤੇ ਦੂਜੀ ਝੂਠੀ ਪ੍ਰੀਤ ਦਾ ਭਾਵ ਇਹ ਹੈ ਵੀ ਜਿਹੜੀ ਤੂੰ ਵਿਖਾਵੇ ਮਾਤਰ ਪ੍ਰੇਮ ਦਾ ਇਜ਼ਹਾਰ ਕਰ ਰਿਹਾ, ਤੇਰਾ ਪਿਆਰ ਸਵਾਰਥ ਤੋਂ ਪ੍ਰੇਰਿਤ ਹੈ, ਤੇਰਾ ਪਿਆਰ ਜਿਹੜਾ ਹੈ ਉਹ ਨਿੱਜੀ ਲਾਲਸਾ ਤੋਂ ਪ੍ਰੇਰਿਤ ਹੈ, ਉਸ ਵਿੱਚ ਇਮਾਨਦਾਰੀ ਨਹੀਂ, ਉਸ ਵਿੱਚ ਪਵਿੱਤਰਤਾ ਨਹੀਂ ਹੈ। ਸਾਹਿਬ ਨੇ ਬੜੀ ਉੱਚੀ ਗੱਲ ਬਾਣੀ ਦੇ ਵਿੱਚ ਆਖੀ ਹੈ, ਜਿਹੜੇ ਸੰਬੰਧ ਸਵਾਰਥ ਤੋਂ ਪ੍ਰੇਰਿਤ ਹੁੰਦੇ ਹਨ ਉਹ ਧੋਖੇਬਾਜ਼ੀ ਤੇ ਵਿਖਾਵੇ ਵਾਲੇ ਹੁੰਦੇ ਨੇ। ਮਹਾਰਾਜ ਨੇ ਬਾਣੀ ਦੇ ਵਿੱਚ ਨਾ ਇੱਕ ਸਾਂਝ ਦਾ ਜ਼ਿਕਰ ਕੀਤਾ ਹੈ, ਆਪਣੇ ਇੱਕ ਸ਼ਬਦ ਵਿੱਚ ਇਸ ਨੂੰ ਐਕਸਪਲੇਨ ਕੀਤਾ ਹੈ। ਉਹਨੂੰ ਸਤਿਗੁਰੂ ਮਹਾਰਾਜ ਨੇ ਮਨਮੁਖਾਂ ਦੀ ਮਿੱਤਰਤਾ ਕਿਹਾ, ਮਨਮੁਖਾਂ ਕੇਰੀ ਦੋਸਤੀ। ਹੁਣ ਮਨਮੁਖਾਂ ਦੀ ਦੋਸਤੀ ਕੀ ਹੈ? ਇੱਕ ਚੀਜ਼ ਦਾ ਧਿਆਨ ਰੱਖੀਏ, ਗੁਰਬਾਣੀ ਵਿੱਚ ਸਤਿਗੁਰੂ ਨੇ ਦੋ ਕਰੈਕਟਰ ਜਿਹੜੇ ਨੇ ਇਹਨਾਂ ਦੀ ਬੜੀ ਭਰਪੂਰ ਵਿਆਖਿਆ ਕੀਤੀ ਹੈ। ਇੱਕ ਹੈ ਗੁਰਮੁਖ, ਦੂਜਾ ਹੈ ਮਨਮੁਖ। ਗੁਰਮੁਖ ਨਾਇਕ ਜੀਵਨ ਹੈ, ਗੁਰਮੁਖ ਆਦਰਸ਼ਕ ਜੀਵਨ ਹੈ, ਆਈਡੀਅਲ ਲਾਈਫ ਹੈ, ਤੇ ਜਿਹੜਾ ਮਨਮੁਖ ਜੀਵਨ ਹੈ ਨਾ ਉਹ ਖਲਨਾਇਕ ਹੈ। ਉਹ ਜੀਵਨ ਹੈ ਜਿਸ ਨੂੰ ਸਤਿਗੁਰੂ ਮਹਾਰਾਜ ਨੇ ਬਿਆਨ ਕਰਕੇ ਮਨਮੁਖ ਦੇ ਜੀਵਨ 'ਚ ਕੀ ਘਾਟਾਂ ਨੇ, ਕੀ ਕਮਜ਼ੋਰੀਆਂ ਨੇ, ਕੀ ਉਹਦੀ ਜ਼ਿੰਦਗੀ ਦਾ ਲਾਈਫ ਸਟਾਈਲ ਹੁੰਦਾ ਹੈ, ਉਹ ਕਿਸ ਤਰ੍ਹਾਂ ਦਾ ਆਪਣਾ ਜੀਵਨ ਘੜਦਾ ਹੈ ਤੇ ਕਿਹੋ ਜਿਹਾ ਜੀਵਨ ਜਿਉਂਦਾ ਹੈ, ਸਤਿਗੁਰੂ ਨੇ ਉਹਦੀ ਵਿਆਖਿਆ ਵੀ ਬਾਣੀ ਦੇ ਵਿੱਚ ਕੀਤੀ ਹੈ। ਤੇ ਸਤਿਗੁਰੂ ਮਹਾਰਾਜ ਨੇ ਗੁਰਮੁਖ ਨੂੰ ਉੱਚਾ ਦੱਸਿਆ, ਮਨਮੁਖ ਦੇ ਜੀਵਨ ਨੂੰ ਨੀਵਾਂ ਦੱਸਿਆ। ਹਾਲਾਂਕਿ ਮੈਂ ਕਈ ਵਾਰ ਇਹ ਬਿਨ੍ਹਾਂ ਕੀਤੀ ਹੈ ਵੀ ਇਹ ਸ਼ਬਦ ਭਲੇ ਹੀ ਅਸੀਂ ਇੱਕ ਦੂਸਰੇ ਨੂੰ ਨਾ ਆਮ ਸਮਾਜ ਵਿੱਚ ਜਦੋਂ ਵਰਤੋਂ ਕਰਦੇ ਹਾਂ ਗੁਰਮੁਖ ਸ਼ਬਦ ਦੀ, ਮਨਮੁਖ ਸ਼ਬਦ ਦੀ, ਤੇ ਅਸੀਂ ਇਹਨਾਂ ਸ਼ਬਦਾਂ ਨੂੰ ਡਿਗਰੀਆਂ ਵਜੋਂ ਵੀ ਵੰਡਣ ਲੱਗ ਪੈਂਦੇ ਹਾਂ ਵੀ ਅਸੀਂ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਗੁਰਮੁਖ ਬਣਾ ਲਈਏ, ਮਨਮੁਖ ਨਹੀਂ। ਹੋ ਸਕਦਾ ਜਿਹੜਾ ਕੱਲ੍ਹ ਤੱਕ ਮਨਮੁਖੀ ਜੀਵਨ ਜੀਂਦਾ ਰਿਹਾ ਹੋਵੇ, ਅੱਜ ਉਹਦੇ ਜੀਵਨ ਵਿੱਚ ਬਖਸ਼ਿਸ਼ ਹੋਵੇ ਤੇ ਉਹ ਗੁਰਮੁਖਾਂ ਵਾਲੇ ਰਾਹ 'ਤੇ ਚੱਲ ਪਏ। ਤੇ ਇਹ ਵੀ ਹੋ ਸਕਦਾ ਹੈ ਕੱਲ੍ਹ ਜਿਹੜਾ ਸਹੀ ਰਾਹ ਦੇ ਉੱਤੇ ਹੈ, ਸਮੇਂ ਦੀ ਤਿਲਕਣਬਾਜ਼ੀ ਦਾ ਸ਼ਿਕਾਰ ਹੋ ਕੇ ਔਗਣਾਂ ਦੀ ਸੰਗਤ ਵਿੱਚ ਪੈ ਕੇ ਉਹ ਮੰਦੇ ਰਾਹ ਦੇ ਉੱਤੇ ਤੁਰ ਪਵੇ। ਇਹ ਦੋਵੇਂ ਸੰਭਾਵਨਾਵਾਂ, ਪੋਸੀਬਿਲਟੀਜ਼ ਜਿਹੜੀਆਂ ਨੇ ਸਾਡੀ ਲਾਈਫ ਵਿੱਚ ਬਣੀਆਂ ਰਹਿੰਦੀਆਂ ਨੇ, ਗੁਰਮੁਖ ਹੋਣ ਦੀ ਵੀ ਤੇ ਮਨਮੁਖ ਹੋਣ ਦੀ ਵੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਇਸ ਭਾਵ ਨੂੰ ਸਮਝਣਾ ਹੈ ਵੀ ਗੁਰਮੁਖ ਕੀ ਹੈ ਤੇ ਮਨਮੁਖ ਕੀ ਹੈ। ਮਨਮੁਖ ਦੇ ਜੀਵਨ ਦੀਆਂ ਨਿਸ਼ਾਨੀਆਂ ਬਿਆਨ ਕਰਦਿਆਂ ਸਤਿਗੁਰੂ ਨੇ ਇਹ ਵਿਆਖਿਆ ਕੀਤੀ ਹੈ। ਸਤਿਗੁਰੂ ਕਹਿੰਦੇ ਮਨਮੁਖ ਦੀ ਜਿਹੜੀ ਦੋਸਤੀ ਹੈ ਨਾ, ਹੁਣ ਚੇਤੇ ਰੱਖਿਓ, ਮਨਮੁਖ ਕਰੈਕਟਰ ਜਿਹੜਾ ਹੈ ਕਿਤੇ ਵੀ, ਕਿਸੇ ਜਗ੍ਹਾ 'ਤੇ ਵੀ, ਕਿਸੇ ਕੋਲ ਵੀ ਹੋ ਸਕਦਾ ਹੈ। ਇਹ ਸਾਡੇ ਫੈਮਿਲੀ ਰਿਲੇਸ਼ਨ ਵਿੱਚ ਕਿਸੇ ਕੋਲ ਵੀ ਹੋ ਸਕਦਾ। ਇਹ ਅਸੀਂ ਆਪਣੇ ਆਪਣੇ ਅੰਤਰ, ਗੁਰਬਾਣੀ ਹੈ ਆਪਣੇ ਆਪ ਨੂੰ ਪਰਖਣ, ਨਿਰਖਣ ਤੇ ਵੇਖਣ ਦਾ ਵਿਸ਼ਾ। ਜਦੋਂ ਅਸੀਂ ਬਾਣੀ ਦਾ ਪਾਠ ਕਰੀਏ, ਬਾਣੀ ਨੂੰ ਵਿਚਾਰੀਏ ਤੇ ਨਾਲ ਹੀ ਆਪਣੇ ਅੰਤਰ ਆਤਮੇ 'ਚ ਝਾਤ ਮਾਰੀਏ ਵੀ ਸਤਿਗੁਰੂ ਜਿਸ ਸੁਭਾਅ ਦੀ, ਕਰੈਕਟਰ ਦੀ ਗੱਲ ਕਰ ਰਹੇ ਨੇ, ਕਿਤੇ ਇਹ ਚੀਜ਼ਾਂ ਮੇਰੇ ਜੀਵਨ 'ਚ ਤਾਂ ਨਹੀਂ। ਮਹਾਰਾਜ ਫਰਮਾਉਂਦੇ ਨੇ, ਮਨ ਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਦੋਸਤੀ ਦਾ ਮਤਲਬ ਹੈ ਰਿਲੇਸ਼ਨ। ਮਨਮੁਖ ਜੀਵਨ ਜੀਣ ਵਾਲੇ ਦੇ ਅੰਦਰ ਇੱਕ ਬੜਾ ਵੱਡਾ ਖੋਟ ਹੈ, ਬੜੀ ਵੱਡੀ ਕਮੀ ਹੈ। ਉਹਦਾ ਜਿਹੜਾ ਰਿਲੇਸ਼ਨ ਹੈ ਉਹ ਸਵਾਰਥ ਤੋਂ ਪ੍ਰੇਰਿਤ ਹੈ। ਮਾਇਆ ਕਾ ਸੰਬੰਧ ਮਤਲਬ ਹੈ ਲਾਲਸਾ ਤੋਂ ਪ੍ਰੇਰਿਤ, ਸਵਾਰਥ ਤੋਂ ਪ੍ਰੇਰਿਤ। ਸਤਿਗੁਰੂ ਆਖਦੇ ਨੇ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਤੁਸੀਂ ਮੁਸੀਬਤ ਵਿੱਚ ਹੋਵੋ ਤਾਂ ਉਹ ਤੁਹਾਡੇ ਤੋਂ ਕੰਨੀ ਕਤਰਾਉਣ ਲੱਗ ਜਾਣਗੇ। ਜਿਹੜੇ ਬੰਦੇ ਸੁੱਖ ਦੇ ਵਿੱਚ, ਖੁਸ਼ੀ ਦੇ ਵਿੱਚ ਤੁਹਾਡੇ ਨੇੜੇ ਹੋ ਕੇ ਬੈਠਦੇ ਨੇ, ਉਹ ਇਵੇਂ ਜਤਾਉਂਦੇ ਨੇ ਵੀ ਉਹਨਾਂ ਤੋਂ ਵੱਧ ਤੁਹਾਨੂੰ ਮੁਹੱਬਤ, ਪ੍ਰੇਮ ਕੋਈ ਨਹੀਂ ਕਰਦਾ, ਉਹਨਾਂ ਤੋਂ ਵੱਧ ਤੁਹਾਡੇ ਨਾਲ ਦਿਲੀ ਸਾਂਝ ਕੋਈ ਨਹੀਂ ਰੱਖਦਾ। ਸਤਿਗੁਰੂ ਆਖਦੇ ਨੇ, ਜਿਸ ਵੇਲੇ ਤੁਸੀਂ
ਸੁੱਖ ਦੀ ਅਵਸਥਾ 'ਚ ਨਾ ਹੋਵੋ, ਸਹੂਲਤਾਂ ਤੁਹਾਡੇ ਕੋਲ ਨਾ ਹੋਣ, ਉਸ ਵੇਲੇ ਉਹ ਆਪਣਾ ਜੋੜ ਜਿਹੜਾ ਤੁਹਾਡੇ ਨਾਲੋਂ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਜੀ ਚਰਾਉਂਦੇ ਨੇ, ਦੂਰ ਦੀ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਫਿਰ ਆਖਦੇ ਨੇ ਜਿਚਰ ਪਹਿਨਨ ਖਾਵਨੇ ਤਿਚਰ ਰੱਖਣ ਗੰਢ। ਜਿੰਨਾ ਚਿਰ ਉਹਨਾਂ ਦਾ ਸਵਾਰਥ ਪੂਰਾ ਹੁੰਦਾ ਹੈ, ਲੋਭ ਪੂਰਾ ਹੁੰਦਾ ਹੈ, ਉਹਨਾਂ ਚਿਰ ਉਹ ਬੜਾ ਜੋੜ ਰੱਖਣਗੇ, ਨਜ਼ਦੀਕੀਆਂ ਵਧਾਉਣਗੇ ਅਤੇ ਤੁਹਾਡੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਉਹਨਾਂ ਨੂੰ ਕਿਉਂਕਿ ਨਜ਼ਦੀਕੀ ਦੇ ਵਿੱਚੋਂ, ਸਾਡੀ ਸਾਂਝ ਦੇ ਵਿੱਚੋਂ ਉਹਨਾਂ ਦਾ ਬੈਨੀਫਿਟ ਹੈ, ਲਾਭ ਹੈ। ਉਹ ਆਪਣੇ ਸਵਾਰਥ ਕਰਕੇ ਨੇੜੇ ਨੇ, ਤੁਹਾਡੇ ਕਿਸੇ ਗੁਣ ਕਰਕੇ ਤੁਹਾਡੇ ਨੇੜੇ ਨਹੀਂ। ਮਹਾਰਾਜ ਕਹਿੰਦੇ ਨੇ ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਬੜੀ ਬਾਕਮਾਲ ਸਤਿਗੁਰੂ ਨੇ ਕਹਿੰਦੇ ਉਹਨਾਂ ਦੇ ਸੁਭਾਅ ਵਿੱਚ ਨਾ ਤੁਸੀਂ ਵੇਖੋਗੇ, ਉਹਨਾਂ ਦੇ ਬਿਹੇਵੀਅਰ ਵਿੱਚ ਅਚਾਨਕ ਤਬਦੀਲੀ ਆ ਜਾਏਗੀ ਜਦੋਂ ਉਹਨਾਂ ਦਾ ਸਵਾਰਥ ਪੂਰਾ ਤੁਹਾਡੇ ਕੋਲੋਂ ਨਾ ਹੁੰਦਾ ਹੋ। ਉਹਨਾਂ ਦੀ ਬੋਲੀ ਬਦਲ ਜਾਏਗੀ, ਉਹਨਾਂ ਦਾ ਤੁਹਾਡੇ ਵੱਲ ਵੇਖਣ ਤੱਕਣ ਦਾ ਤਰੀਕਾ ਬਦਲ ਜਾਏਗਾ, ਤੁਹਾਡੇ ਨਾਲ ਵਿਹਾਰ ਕਰਨ ਦਾ ਤਰੀਕਾ ਬਦਲ ਜਾਏਗਾ। ਉਹੀ ਮਿਠਾਸ ਹੌਲੀ ਹੌਲੀ ਕੁੜੱਤਣ ਵਿੱਚ ਤਬਦੀਲ ਹੋ ਜਾਏਗੀ। ਤੁਹਾਨੂੰ ਲੱਗੇਗਾ ਮੈਂ ਇਹਨੂੰ ਕੀ ਆਖਿਆ, ਤੁਸੀਂ ਸੋਚਦੇ ਰਹਿ ਜਾਓਗੇ ਵੀ ਮੈਂ ਤਾਂ ਇਹਨੂੰ ਕੁਝ ਨਹੀਂ ਕਿਹਾ, ਮੈਂ ਤਾਂ ਇਹਦਾ ਕੋਈ ਨੁਕਸਾਨ ਨਹੀਂ ਕੀਤਾ, ਪਤਾ ਨਹੀਂ ਮੇਰੇ ਨਾਲ ਕਾਹਤੋਂ ਵਿਗੜਿਆ ਹੋਇਆ, ਕਿਉਂ ਇਹਦੇ ਮਨ ਵਿੱਚ ਇਸ ਤਰ੍ਹਾਂ ਦੀ ਗੱਲ ਹੈ। ਤੁਸੀਂ ਇਸ ਖੋਜ ਵਿੱਚ ਲੱਗੋਗੇ ਵੀ ਹੋ ਸਕਦਾ ਮੇਰੀ ਕੋਈ ਭੁੱਲ ਹੈ, ਮੇਰੀ ਕੋਈ ਗਲਤੀ ਹੈ, ਪਰ ਗੱਲ ਹੋਰ ਉਲਟੀ ਹੈ। ਮਹਾਰਾਜ ਨੇ ਆਖਿਆ ਜਿਚਰ ਪਹਿਨਨ ਖਾਵਨੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ। ਤੇ ਬਾਕਮਾਲ ਐਗਜ਼ੈਂਪਲ ਹਜ਼ੂਰ ਨੇ ਉਦਾਹਰਣ ਦਿੱਤੀ। ਪੱਥਰ ਜਿਹੜੇ ਨਾ, ਪੱਥਰ ਬੰਨ ਬੰਨਣਾ ਹੋਵੇ ਪਾਣੀ ਦੇ ਵਹਾਅ ਦਾ, ਪਾਣੀ ਬੜਾ ਤੇਜ਼ ਆ ਰਿਹਾ ਤੇ ਤੁਸੀਂ ਚਿੱਕੜ ਦੇ ਨਾਲ ਪੱਥਰਾਂ ਦਾ ਬੰਨ ਬੰਨ੍ਹ ਸਕਦੇ ਹੋ ਤੇ ਉਹ ਪਾਣੀ ਨੂੰ ਰੋਕ ਸਕਦਾ? ਚਿੱਕੜ ਦਾ ਬੰਨ ਬੰਨਣਾ ਹੋਵੇ। ਮਹਾਰਾਜ ਕਹਿੰਦੇ ਨੇ ਬਸ ਇਸ ਤਰ੍ਹਾਂ ਦਾ ਹੈ ਉਹਨਾਂ ਦਾ ਫਲੋ ਜਿਹੜਾ, ਵੀ ਜਿਹੜੀ ਉਹਨਾਂ ਦੀ ਮੁਹੱਬਤ ਹੈ ਨਾ ਉਹ ਬੜੀ ਕੱਚੀ ਹੁੰਦੀ, ਵਿਖਾਵੇ ਮਾਤਰ, ਬੇਈਮਾਨੀ ਵਾਲੀ, ਸਵਾਰਥ ਉੱਤੇ ਖੜੀ ਹੋਈ। ਹੁਣ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਫਰਮਾਇਆ, ਹਜ਼ੂਰ ਕਹਿੰਦੇ ਨੇ ਇਹ ਵਿਖਾਵਾ ਹੋ ਸਕਦਾ ਪਤਨੀ ਵਿੱਚ ਵੀ ਹੋਵੇ, ਇਹ ਵਿਖਾਵਾ ਹੋ ਸਕਦਾ ਬੱਚਿਆਂ ਵਿੱਚ ਵੀ ਹੋਵੇ, ਇਹ ਵਿਖਾਵਾ ਹੋ ਸਕਦਾ ਪਤੀ ਵਿੱਚ ਵੀ ਹੋਵੇ, ਭਰਾਵਾਂ ਵਿੱਚ ਵੀ ਹੋਵੇ, ਭੈਣ ਵਿੱਚ ਵੀ ਹੋਵੇ, ਦੋਸਤਾਂ ਮਿੱਤਰਾਂ ਵਿੱਚ ਵੀ ਹੋਵੇ। ਜਾਨੀ ਕਿ ਜਿੱਥੇ ਵੀ ਇਹ ਚੀਜ਼ ਹੈ ਸਮਝੋ ਵਿਖਾਵਾ ਤੇ ਝੂਠੀ ਪ੍ਰੀਤ ਹੈ। ਤੁਸੀਂ ਸੰਸਾਰ ਵਿੱਚ ਝਾਤ ਮਾਰ ਕੇ ਵੇਖੋ ਜ਼ਰਾ, ਬੰਦੇ ਆਪਣਿਆਂ ਹੱਥੋਂ ਹੀ ਲੁੱਟੇ ਜਾਂਦੇ ਨੇ, ਆਪਣਿਆਂ ਹੱਥੋਂ ਮਾਰੇ ਜਾਂਦੇ ਨੇ, ਆਪਣਿਆਂ ਹੱਥੋਂ ਤਕਲੀਫਾਂ ਭੋਗਦੇ ਨੇ, ਆਪਣਿਆਂ ਹੱਥੋਂ ਦੁਖੀ ਹੋਏ ਰੋਂਦੇ ਨੇ। ਸੰਸਾਰ ਦੇ ਅੰਦਰ ਇਹ ਚੀਜ਼ ਦਾ ਬੜਾ ਚਲਨ ਹੈ। ਕਿਉਂ ਹੈ? ਕਦੇ ਆਪਾਂ ਇਸ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਵੀ ਬੰਦਾ ਇੱਕ ਪਰਿਵਾਰ ਵਿੱਚ ਰਹਿ ਰਿਹਾ, ਆਂਢ ਗੁਆਂਢ ਹੈ, ਰਿਸ਼ਤੇਦਾਰੀ ਹੈ, ਸੁਸਾਇਟੀ ਵਿੱਚ ਕਿੰਨੇ ਲੋਕਾਂ ਨਾਲ ਉਹਦੀ ਬਣੀ ਹੋਈ ਹੈ, ਫਿਰ ਵੀ ਉਹ ਦੁਖੀ ਕਿਉਂ ਹੈ? ਫਿਰ ਵੀ ਉਹਦੀ ਪਰੇਸ਼ਾਨੀ ਦਾ ਕਾਰਨ ਕੀ ਹੈ? ਹੁਣ ਜ਼ਰਾ ਕਿ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੋ। ਕਾਰਨ ਵੈਸੇ ਹਰ ਮਨੁੱਖ ਕਹੇਗਾ ਵੀ ਮੇਰੇ ਨਾਲ ਗਲਤ ਹੋ ਰਿਹਾ, ਮੈਂ ਕਿਸੇ ਨਾਲ ਨਹੀਂ ਕਰ ਰਿਹਾ, ਪਰ ਸੱਚਾਈ ਇਹ ਹੁੰਦੀ ਹੈ ਕਿ ਅਸੀਂ ਰਲ ਮਿਲ ਕੇ ਸਾਰਿਆਂ ਨੇ ਇੱਕ ਇਨਵਾਇਰਮੈਂਟ ਸਿਰਜਿਆ ਹੁੰਦਾ, ਇੱਕ ਮਾਹੌਲ ਬਣਾਇਆ ਹੁੰਦਾ, ਉਹਦੇ 'ਚ ਅਸੀਂ ਥੋੜ੍ਹੇ ਜਾਂ ਬਹੁਤੇ ਦੋਸ਼ੀ ਸਾਰੇ ਹੀ ਹੁੰਦੇ ਹਾਂ। ਸਤਿਗੁਰੂ ਤੇ ਇੱਥੇ ਇਸੇ ਕਰਕੇ ਬਿਹੇਵੀਅਰ ਦੀ ਗੱਲ ਕਰ ਰਹੇ ਨਾ, ਕਿਸੇ ਖਾਸ ਮਨੁੱਖ ਦੀ ਗੱਲ ਨਹੀਂ ਕਰ ਰਹੇ। ਸਤਿਗੁਰੂ ਇੱਥੇ ਸਾਡੇ ਮਨ ਦੀ ਦਸ਼ਾ ਬਾਰੇ ਗੱਲ ਕਰ ਰਹੇ ਨੇ। ਜੋ ਸਾਡੇ ਮਨ ਦੀ ਸਿਚੁਏਸ਼ਨ ਹੈ, ਜੋ ਮਨ ਦਾ ਲੈਵਲ ਹੈ, ਜਿਹੋ ਜਿਹਾ ਅਸੀਂ ਕਰੈਕਟਰ ਡਿਵੈਲਪ ਕਰ ਲਿਆ ਆਪਣਾ, ਸਤਿਗੁਰੂ ਮਹਾਰਾਜ ਆਖਦੇ ਨੇ ਜ਼ਰਾ ਝਾਤ ਮਾਰ ਕੇ ਵੇਖੋ ਬੰਦਾ ਦੁਖੀ ਕਿਉਂ ਹੈ, ਉਹਦੀ ਅਸ਼ਾਂਤੀ ਤੇ ਭੜਕਣਾ ਦਾ ਰੀਜ਼ਨ ਤੇ ਕਾਰਨ ਕੀ ਹੈ। ਕਾਰਨ ਇਹ ਹੈ ਵੀ ਸੰਬੰਧ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਵਾਰਥ ਦੇ ਤਲ ਉੱਤੇ ਖੜੇ ਨੇ, ਹੰਕਾਰ ਦੇ ਤਲ ਉੱਤੇ ਖੜੇ ਨੇ। ਉਹਨਾਂ ਸੰਬੰਧਾਂ ਦੇ ਵਿੱਚ, ਉਸ ਰਿਲੇਸ਼ਨਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਮਨੁੱਖ ਦੀਆਂ ਲਾਲਸਾਵਾਂ ਵੱਧ ਭਾਰੂ ਨੇ, ਉੱਥੇ ਤਿਆਗ ਦੀ ਕਮੀ ਹੈ। ਤੁਸੀਂ ਵੇਖੋ ਜ਼ਿੰਦਗੀ ਦੇ ਮੋੜ ਐਸੇ ਆਉਂਦੇ ਨੇ, ਘਰ ਵਿੱਚ ਖੁਸ਼ਹਾਲੀ ਹੋਵੇ,
दौलत आ रही है, शौहरत आ रही है, सब कुछ है, सारे खुश ने। किसी कारण अचानक पदार्थक घाटा पै जाए, माया धन की कमी आ जाए, घर च सहूलतां घट जाण, सारे परिवार के जीआं का सुभाव चिड़चिड़ा हो जाता है। वो खिजण लग पैंदे ने एक दूजे उत्ते। जदों फिर खिजदे ने निक्की निक्की गल ते एक दूजे नूं उलांभे दिंदे ने, फिर वो जोड़ तोड़ करते हैं, मैं वध कमाया तू नहीं कमाया, तेरी वजह करके आ होया, दूजा उन्होंने दोष दिंदा तेरी वजह करके होया। हौली 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 वो चीज़ां जड़ियां ने हुण इस सिचुएशन विच मन की अवस्था जिहड़ी वो क्रोध गुस्सा इस गल दा है भी असीं घाटे विच हां, सहूलतां घट गईयां, धन घट गया, पदार्थ घट गए, थोड़ी गरीबी आ गई परिवार च। पर वो खिज जिहड़ी गरीबी की खिज है, गरीबी का गुस्सा है, पदार्थां दे घटण की जिहड़ी नाराज़गी है, वो रिलेशन नूं प्रभावित कर रही है, वो भरा भरा दे संबंध नूं खराब कर रही है, वो बच्चों का माता पिता नालों जां पति पत्नी के रिलेशन नूं जिहड़ा है ਉਹਦੇ ਵਿੱਚ गैप ਵਧਾ रही, दूरी ਵਧਾ रही है। क्यों ਵਧਾ रही है? ਉੱਥੇ ਹੁਣ ਉਸ ਗੁਰਬਤ ਦਾ, ਉਸ ਕੰਗਾਲੀ ਦਾ, ਉਸ ਘਾਟੇ ਦਾ ਜਿਹੜਾ ਗੁੱਸਾ ਤੇ ਨਾਰਾਜ਼ਗੀ ਹੈ ਨਾ, ਉਹ ਜ਼ਾਹਰ ਹੁੰਦੀ ਹੈ। ਹੁਣ ਕਿਹਦੇ ਤੇ ਕੱਢੀ ਜਾਏ, ਕਿਹਦੇ ਤੇ ਬੰਦਾ ਉਹ ਆਪਣੇ ਅੰਦਰ ਦਾ ਨਜ਼ਲਾ ਝਾੜੇ, ਗੁੱਸਾ ਕੱਢੇ, ਉਹਦੀ ਫਿਰ ਬੋਲੀ ਵਿਗੜਦੀ ਹੈ। ਬੋਲੀ ਵਿਗੜਨ ਦੇ ਨਾਲ ਨਾਲ ਉਹ ਫਿਰ ਗੱਲਬਾਤ ਇੱਕ ਦੂਜੇ ਨਾਲ, ਵਰਤੋਂ ਵਿਹਾਰ, ਹੱਸਣਾ ਬੰਦਾ ਭੁੱਲ ਜਾਂਦਾ ਹੈ, ਇੱਕ ਦੂਜੇ ਦੀ ਗੱਲ ਸੁਣਨਾ ਭੁੱਲ ਜਾਂਦਾ ਹੈ, ਬਰਦਾਸ਼ਤ ਨਹੀਂ ਕਰਦਾ, ਕੌੜਾ ਬੋਲਣਾ ਤੇ ਸਹਿਣਾ ਹੈ ਨਹੀਂ। ਆਪ ਮੂੰਹੋਂ ਕੌੜਾ ਬੋਲਣਾ ਤੇ ਅਗਲੇ ਦੀ ਜ਼ਰਾ ਜਿੰਨੀ ਗੱਲ ਵੀ ਬਰਦਾਸ਼ਤ ਨਾ ਕਰਨਾ। ਇਸ ਤਰ੍ਹਾਂ ਦਾ ਜਦੋਂ ਵਿਹਾਰ ਦੇ ਵਿੱਚ ਫਾਲਟ ਸ਼ੁਰੂ ਹੋ ਜਾਂਦਾ ਹੈ ਤਾਂ ਰਿਲੇਸ਼ਨ ਜਿਹੜੇ ਨੇ ਉਹ ਨਰਕ ਸਮਾਨ ਬਣ ਜਾਂਦੇ ਨੇ, ਦੁਖਦਾਈ ਹੋ ਜਾਂਦੇ ਨੇ। ਹੁਣ ਜ਼ਰਾ ਸੋਚੋ ਕੀ ਕਿਹਾ ਜਾਏ, ਜੇ ਖੁਸ਼ੀ ਸਾਰਿਆਂ ਨੇ ਇਕੱਠੀ ਹੰਢਾਈ ਹੈ, ਪਦਾਰਥ ਵਾਧੂ ਸਨ ਤੇ ਸਾਰਿਆਂ ਨੇ ਖੁਸ਼ ਹੋ ਕੇ ਹੰਢਾਏ, ਤੇ ਕੀ ਕਾਰਨ ਹੈ ਜੇ ਗਰੀਬੀ ਹੈ ਤੇ ਇਹਨੂੰ ਹੰਢਾਇਆ ਨਹੀਂ ਸੀ ਜਾ ਸਕਦਾ? ਜੇ ਘਾਟਾ ਪਿਆ ਤੇ ਇਹਨੂੰ ਰਲ ਮਿਲ ਕੇ ਇਸ ਸਮੇਂ ਨੂੰ ਨਹੀਂ ਸੀ ਮਾਣਿਆ ਜਾ ਸਕਦਾ? ਗੁਰੂ ਮਹਾਰਾਜ ਨੇ ਇਹ ਗੱਲ ਕਦੋਂ ਦੀ ਸਮਝਾਈ ਹੋਈ ਹੈ? ਸਤਿਗੁਰੂ ਨੇ ਆਖਿਆ ਜ਼ਿੰਦਗੀ 'ਚ ਇੱਕ ਗੱਲ ਸਮਝ ਲੈ, ਕਦੇ ਤੋਟਾ ਵੀ ਹੋ ਸਕਦਾ ਤੇ ਕਦੇ ਲਾਭ ਵੀ ਹੋ ਸਕਦਾ। ਪਦਾਰਥ ਕਦੇ ਬਹੁਤੇ ਵੀ ਹੋਣਗੇ, ਕਦੇ ਥੋੜੇ ਵੀ ਹੋਣਗੇ। ਕਿਸੇ ਵੇਲੇ ਜ਼ਿੰਦਗੀ ਦੇ ਪੜਾਅ ਦੇ ਵਿੱਚ ਬਹੁਤਾ ਹੋਏਗਾ, ਵਰਤਿਆ ਨਹੀਂ ਜਾਏਗਾ, ਤੇ ਕਦੇ ਇੰਨਾ ਘੱਟ ਹੋਏਗਾ ਵੀ ਵਰਤਨ ਨੂੰ ਮਿਲੇਗਾ ਨਹੀਂ। ਇਹ ਦੋ ਤਰ੍ਹਾਂ ਦੀ ਸਿਚੁਏਸ਼ਨ ਜ਼ਿੰਦਗੀ 'ਚ ਆ ਸਕਦੀ ਹੈ। ਇਹਦੇ ਲਈ ਤੈਨੂੰ ਆਪਣਾ ਆਪ ਜਿਹੜਾ ਤਿਆਰ ਰੱਖਣਾ ਪਏਗਾ, ਮੇਨਟੇਨ ਕਰਕੇ ਰੱਖਣਾ ਪਏਗਾ ਵੀ ਬਹੁਤਾ ਹੋਵੇ ਤਾਂ ਵੀ ਤੂੰ ਚੜ੍ਹਦੀ ਕਲਾ ਵਿੱਚ ਹੀ ਰਹੇ, ਤੇ ਉਸ ਵੇਲੇ ਤੈਨੂੰ ਖਿਆਲ ਹੋਵੇ ਜੇ ਕੱਲ੍ਹ ਨੂੰ ਇਹ ਨਾ ਹੋਇਆ ਤੇ ਕੀ ਹੋਏਗਾ, ਮੈਂ ਜੀਣਾ ਕਿਵੇਂ, ਮੈਂ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ। ਗੁਰਬਾਣੀ ਸਾਡੇ ਮਨ ਤੇ ਸਾਡੀ ਸੁਰਤ ਦੀ ਅਜਿਹੀ ਘਾੜਤ ਕਰਨ ਵਿੱਚ ਸਾਡੀ ਬਹੁਤ ਵੱਡੀ ਬਖਸ਼ਿਸ਼ ਸਾਡੇ ਉੱਤੇ ਕਰਦੀ ਏ, ਸਾਨੂੰ ਬੜੀਆਂ ਰਹਿਮਤਾਂ ਦਿੰਦੀ ਏ। ਤੇ ਮਹਾਨ ਪੁਰਖਾਂ ਦੇ ਜੀਵਨ ਵੀ ਆਪਾਂ ਇਸੇ ਕਰਕੇ ਹੀ ਪੜ੍ਹਦੇ ਹਾਂ। ਉਹਨਾਂ ਦੀ ਜ਼ਿੰਦਗੀ 'ਚ ਦੋਵੇਂ ਚੀਜ਼ਾਂ ਨੇ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਹੁਣ ਤੁਸੀਂ ਵੇਖੋ ਸਾਨੂੰ ਬਹੁਤਾ ਵੀ ਪ੍ਰਭਾਵਿਤ ਕਰ ਜਾਂਦਾ ਹੈ ਤੇ ਥੋੜ੍ਹਾ ਵੀ। ਜਦੋਂ ਬਹੁਤਾ ਹੈ ਉਦੋਂ ਅਸੀਂ ਦੂਜੇ ਬੰਦਿਆਂ ਨੂੰ ਬੁਲਾਉਣਾ ਹੀ ਹਟ ਜਾਂਦੇ ਵੀ ਅਸੀਂ ਖੁਦਾ ਹੋ ਗਏ ਹਾਂ। ਹੁੰਦਾ ਕੱਖ ਨਹੀਂ ਹੈ। ਮੈਂ ਕਈ ਵਾਰ ਸੋਚਦਾ ਖੌਰੇ ਕੁਦਰਤ ਸਾਨੂੰ ਪਰਖਦੀ ਹੋਵੇ ਵੀ ਉਛਲਦਾ ਕਿ ਨਹੀਂ ਉਛਲਦਾ। ਉਦੋਂ ਲੋਕ ਸਾਨੂੰ ਬੁਲਾਉਂਦੇ ਨੇ, ਅਸੀਂ ਬੋਲਦੇ ਨਹੀਂ। ਸਾਡਾ ਵਿਹਾਰ ਇੰਨਾ ਈਗੋ ਭਰਿਆ, ਹਉਮੈ ਭਰਿਆ, ਆਕੜ ਖੋਰਾ ਹੋ ਜਾਂਦਾ। ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਹੀ ਕੰਨੀ ਕਤਰਾ ਜਾਂਦੇ ਵੀ ਇਹ ਗਰੀਬ ਨੇ, ਗੁਰਬਤ ਆ। ਆਪਾਂ ਕਹਿੰਦੇ ਇਹਨਾਂ ਨੂੰ ਅਕਲ ਹੀ ਨਹੀਂ, ਇਹਨਾਂ ਨੂੰ ਵਰਤਣ ਦਾ ਪਤਾ ਨਹੀਂ, ਬਹਿਣ ਦਾ ਪਤਾ ਨਹੀਂ। ਕਮਾਲ ਹੈ। ਜਦੋਂ ਸਾਡੇ ਕੋਲ ਨਹੀਂ ਸੀ ਉਦੋਂ ਜ਼ਰਾ ਸੋਚ ਕੇ ਵੇਖੋ ਵੀ ਅਸੀਂ ਕਿੱਥੇ ਖੜੇ ਸਾਂ, ਕੀ ਹੋਇਆ। ਸਤਿਗੁਰੂ ਨੇ ਇਸੇ ਕਰਕੇ ਬਾਣੀ 'ਚ ਇਸ ਪੱਖ ਬਾਰੇ ਵੀ ਚਾਨਣਾ ਪਾਇਆ। ਕਹਾ ਨਰ ਗਰਬਸ ਥੋਰੀ ਬਾਤ, ਮਨ ਦਸ ਨਾਜ, ਟਕਾ ਚਾਰ ਗਾਂਠੀ,
ਐਂਡੋ ਟੇਢੋ ਜਾਤ। ਬਹੁਤ ਪ੍ਰਤਾਪ ਗਾਉਂ ਸਿਉ ਪਾਏ 2 ਲੱਖ ਟਕਾ ਬਰਾਤ। ਦਿਵਸ 4 ਕੀ ਕਰੋ ਸਾਹਿਬੀ ਜੈਸੇ ਬਨ ਹਰ ਪਾਤ। ਨਾ ਕੋਹੁ ਲੈ ਆਇਓ ਇਹ ਧਨ, ਨਾ ਕੋਹੁ ਲੈ ਜਾਤ। ਰਾਵਣ ਹੂੰ ਤੇ ਅਦਿਕ ਛਤਰਪਤ, ਖਿਨ ਮੈਂ ਗਏ ਬਿਲਾਤ। ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ, ਸਤਿਗੁਰੂ ਮਹਾਰਾਜ ਜਦੋਂ ਕਹਿੰਦੇ ਨੇ ਨਾ ਕੋਹੁ ਲੈ ਆਇਓ ਇਹ ਧਨ, ਇਹ ਧਨ ਕਿਸੇ ਦਾ ਬੱਝਾ ਹੋਇਆ ਨਹੀਂ, ਇੱਕ ਸਮੇਂ ਦਾ ਫੇਰ ਹੈ। ਸਬੱਬ ਬਣ ਜਾਂਦੇ ਨੇ ਕਈ ਵਾਰ, ਐਸੀ ਸਿਚੁਏਸ਼ਨ ਬਣਦੀ ਹੈ ਜਿਹੜੇ ਤੁਸੀਂ ਰਿਸ਼ਤਿਆਂ 'ਚ ਝਾਤ ਮਾਰ ਕੇ ਦੂਰ ਤੱਕ ਜਿੰਨੇ ਲੋਕਾਂ ਨੂੰ ਆਪਾਂ ਜਾਣਦੇ ਹਾਂ ਨਾ, ਜ਼ਰਾ ਕੁ ਝਾਤ ਮਾਰ ਕੇ ਵੇਖਿਓ ਕਦੇ, ਜਿਨ੍ਹਾਂ ਦੇ ਘਰ ਵਿੱਚ ਕਿਸੇ ਟਾਈਮ ਚੱਜ ਨਾਲ ਰੋਟੀ ਨਹੀਂ ਸੀ ਨਾ ਪੱਕਦੀ, ਉਹ ਪਰਿਵਾਰ ਬੜੀ ਤਰੱਕੀ ਕਰ ਜਾਂਦੇ ਨੇ। ਗਾਂ ਬੱਚੇ ਨੇਕ ਨਿਕਲ ਆਏ, ਪੜ੍ਹ ਗਏ, ਮਿਹਨਤ ਕੀਤੀ, ਕੰਮਕਾਰ ਕੀਤੇ, ਪਰਿਵਾਰ ਬੁਲੰਦੀਆਂ 'ਤੇ ਪਹੁੰਚ ਗਿਆ। ਕਈ ਐਸੇ ਵੀ ਹੁੰਦੇ ਨੇ, ਐਸੀ ਵੀ ਖੇਡ ਵਾਪਰਦੀ ਹੈ ਕਈ ਥਾਂ, ਬੜੀ ਦੌਲਤ ਹੈ, ਬੜੀ ਸ਼ੋਹਰਤ ਹੈ, ਘਾਟਾ ਕੋਈ ਨਹੀਂ, ਪਤਾ ਹੀ ਨਹੀਂ ਸੀ ਦੌਲਤ ਕਿੱਥੇ ਕਿੱਥੇ ਪਈ ਹੈ। ਪਰ ਸਮੇਂ ਦਾ ਫੇਰ ਹੈ, ਅਗਲੀ ਔਲਾਦ ਨਿਕੰਮੀ ਨਿਕਲ ਆਉਂਦੀ ਹੈ, ਕੋਈ ਘਟਨਾਵਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਨੇ, ਕੋਈ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ, ਉਹਨਾਂ ਦੇ ਘਰ 'ਚ ਗਰੀਬੀ ਆ ਕੇ ਡੇਰਾ ਪਾ ਲੈਂਦੀ ਹੈ। ਵਾਪਰਦਾ ਕਿ ਨਹੀਂ ਵਾਪਰ, ਜ਼ਰਾ ਝਾਤ ਮਾਰ ਕੇ ਵੇਖੋ ਆਲੇ ਦੁਆਲੇ। ਸਤਿਗੁਰੂ ਆਖਦੇ ਗਰੂਰ ਨਾ ਕਰੀਏ ਕਦੇ ਜ਼ਿੰਦਗੀ 'ਚ, ਪਤਾ ਨਹੀਂ ਕਿਸ ਵੇਲੇ ਕਿਹੋ ਜਿਹਾ ਹਾਲਾਤ ਬਣੇ, ਕੀ ਸਬੱਬ ਪੈਦਾ ਹੋਣ, ਕੀ ਮਿਲ ਜਾਏ ਤੇ ਕੀ ਛੁੱਟ ਜਾਏ। ਕੋਈ ਦਾਅਵੇ ਥੋੜ੍ਹੀ ਨੇ ਇਹਨਾਂ ਗੱਲਾਂ ਦੇ। ਇਸ ਲਈ ਸਾਹਿਬ ਨੇ ਆਖਿਆ ਨਾ ਕੋਹੁ ਲੈ ਆਇਓ ਇਹ ਧਨ, ਨਾ ਕੋਹੁ ਲੈ ਜਾਤ। ਰਾਵਣ ਹੂੰ ਤੇ ਅਦਿਕ ਛਤਰਪਤ, ਖਿਨ ਮੈਂ ਗਏ ਬਿਲਾਤ। ਖਾਲੀ ਹੋ ਗਏ, ਗੁਜ਼ਰ ਗਏ। ਸਾਹਿਬ ਇਸ ਕਰਕੇ ਕਹਿੰਦੇ ਨੇ ਵੀ ਜੇ ਤੁਸੀਂ ਸਾਂਝਾਂ ਨੂੰ ਪ੍ਰਭਾਵਿਤ ਕਰੋਗੇ ਨਾ ਇਹਨਾਂ ਚੀਜ਼ਾਂ ਦੇ ਨਾਲ, ਤੇ ਤੁਹਾਡੀ ਸਾਂਝ ਜਿਹੜੀ ਹੈ ਉਹ ਨਰਕ ਸਮਾਨ ਬਣ ਜਾਏਗੀ। ਹੁਣ ਇੱਥੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਐਸੇ ਵਿਖਾਵੇ ਮਾਤਰ ਅੰਦਰ ਬੇਈਮਾਨੀ ਤੇ ਕਪਟ ਨਾਲ ਜਿਹੜੀਆਂ ਸਾਂਝਾਂ ਜੁੜੀਆਂ ਨੇ, ਭਾਵੇਂ ਉਹ ਪਰਿਵਾਰਕ ਨੇ, ਭਾਵੇਂ ਉਹ ਸਮਾਜਿਕ ਨੇ, ਭਾਵੇਂ ਉਹ ਧਾਰਮਿਕ ਨੇ, ਜਿੱਥੇ ਵੀ ਐਸੀ ਸਾਂਝ ਜੁੜੀ ਹੈ ਉਸ ਨੂੰ ਝੂਠੀ ਪ੍ਰੀਤ ਆਖਦੇ ਨੇ, ਨਿਕੰਮੀ ਪ੍ਰੀਤ ਆਖਦੇ ਨੇ, ਉਸ ਨੂੰ ਵਿਖਾਵੇ ਦਾ ਪ੍ਰੇਮ ਵਿਖਾਵੇ ਦੀ ਮੁਹੱਬਤ ਆਖਦੇ ਨੇ ਉਸ ਨੂੰ। ਸਾਹਿਬ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉ ਸਭ ਲਾਗੇ। ਮੈਂ ਐਸਾ ਵਿਖਾਵੇ ਮਾਤਰ ਪ੍ਰੇਮ ਵੀ ਸੰਸਾਰ 'ਚ ਵੇਖ ਰਿਹਾ, ਮੈਨੂੰ ਦ੍ਰਿਸ਼ਟੀ ਗੋਚਰ ਹੋ ਰਿਹਾ ਹੈ, ਦਿਖਾਈ ਦੇ ਰਿਹਾ ਹੈ, ਜਿੱਥੇ ਹਰ ਬੰਦਾ ਆਪਣੇ ਆਪਣੇ ਸਵਾਰਥ ਕਰਕੇ ਇੱਕ ਦੂਜੇ ਨਾਲ ਜੁੜਿਆ ਹੋਇਆ। ਉੱਥੇ ਤਿਆਗ ਦੀ ਕਮੀ ਹੈ, ਉੱਥੇ ਪਰਉਪਕਾਰ ਦੀ ਕਮੀ ਹੈ। ਮੈਂ ਕਈ ਵਾਰ ਉਦਾਹਰਣ ਦਿੰਦਾ, 9ਵੇਂ ਪਾਤਸ਼ਾਹ ਦਾ ਜੀਵਨ ਪੜ੍ਹੋ। ਜਿਨ੍ਹਾਂ ਲੋਕਾਂ ਦੇ ਉੱਤੇ ਸਮੇਂ ਦੀ ਸੱਤਾ ਜ਼ੁਲਮ ਕਰ ਰਹੀ, ਧੱਕਾ ਕਰ ਰਹੀ ਹੈ, ਜਿਨ੍ਹਾਂ ਦੇ ਧਰਮ ਨੂੰ ਖਤਰਾ ਹੈ, ਬੋਲੀ ਨੂੰ ਖਤਰਾ ਹੈ, ਪਹਿਰਾਵੇ ਨੂੰ ਖਤਰਾ ਹੈ, ਹੱਕਾਂ ਨੂੰ ਖਤਰਾ ਹੈ, ਹਕੂਕ ਨੂੰ ਖਤਰਾ ਹੈ, ਉਸ ਧਿਰ ਦੇ ਕਿੰਨੇ ਬੰਦੇ ਜਿਹੜੇ ਨੇ ਉਹ ਸਮੇਂ ਦੀ ਰਾਜਨੀਤਿਕ ਬੜੀਆਂ ਉੱਚੀਆਂ ਉੱਚੀਆਂ ਪਦਵੀਆਂ 'ਤੇ ਬੈਠੇ ਹੋਏ। ਰਾਜਪੂਤ ਰਾਜੇ ਔਰੰਗਜ਼ੇਬ ਦੇ ਦਰਬਾਰ ਵਿੱਚ ਉੱਚੀਆਂ ਪਦਵੀਆਂ 'ਤੇ ਸਨ, ਪਰ ਉਹ ਇਸ ਗੱਲ ਵਿੱਚ ਕਾਮਯਾਬ ਨਹੀਂ ਹੋਏ ਵੀ ਔਰੰਗਜ਼ੇਬ ਨੂੰ ਕਿਹਾ ਜਾਏ ਵੀ ਸ਼ਾਸਨ ਚਲਾਉਣਾ ਹੈ, ਰਾਜ ਚਲਾਉਣਾ ਹੈ, ਤੇ ਘੱਟੋ ਘੱਟ ਦੂਜੇ ਦਾ ਦਮਨ ਤੇ ਨਾ ਕਰੋ, ਧਾਰਮਿਕ ਤੌਰ 'ਤੇ ਕਿਸੇ ਨਾਲ ਨਫ਼ਰਤ ਨਾ ਕੀਤੀ ਜਾਏ, ਦੂਜੀ ਕੌਮ ਨਾਲ, ਦੂਜੇ ਲੋਕਾਂ ਨਾਲ। ਕਾਰਨ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਾਨੂੰ ਇਸ ਖਲਜਗਣ 'ਚ ਫਸਣ ਦਾ ਫਾਇਦਾ ਕੋਈ ਨਹੀਂ, ਮੇਰਾ ਬੱਚਾ ਗਾਂ ਰਾਜਾ ਨਹੀਂ ਬਣ ਪਾਏਗਾ ਜੇ ਬਾਦਸ਼ਾਹ ਦੀ ਨਾਰਾਜ਼। ਹਰ ਬੰਦਾ ਆਪਣੇ ਆਪਣੇ ਘੇਰੇ 'ਚ ਸੋਚ ਰਿਹਾ। ਉਹਨਾਂ ਨੂੰ ਲੱਗਿਆ ਵੀ ਜੇ ਮੈਂ ਇਹਦੇ ਗਰੀਬ ਦੇ ਹੱਕ 'ਚ ਬੋਲਿਆ, ਕੌਮਾਂ ਦੇ ਹੱਕ 'ਚ, ਆਪਦੀ ਕੌਮ ਦੇ ਹੀ ਹੱਕ 'ਚ ਬੋਲਿਆ, ਤੇ ਹੋ ਸਕਦਾ ਬਾਦਸ਼ਾਹ ਮੇਰੇ 'ਤੇ ਕਰੋਪੀ ਕਰੇ, ਮੈਨੂੰ ਇਹਦਾ ਬੜਾ ਵੱਡਾ ਖਮਿਆਜ਼ਾ ਭੁਗਤਣਾ ਪਏ, ਮੁੱਲ ਤਾਰਨਾ ਪਏ। ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦੇ ਨੇ, ਉਹ ਮਹਾਰਾਜ ਜਾਣਦੇ ਨੇ ਵੀ ਇੱਕ ਬਾਦਸ਼ਾਹ ਦੀ ਹੈਂਕੜ ਦੇ ਖਿਲਾਫ ਆਵਾਜ਼ ਚੁੱਕਣ ਦਾ ਉਹਨਾਂ ਨੂੰ ਕੀ ਖਮਿਆਜ਼ਾ ਭੁਗਤਣਾ ਪੈ ਸਕਦਾ।
ਇਹ ਜਾਣਦੇ ਨੇ। ਪਰ ਸਤਿਗੁਰੂ ਨੇ ਸਾਰੀ ਉਮਰ ਜਿਹੜਾ ਬਚਨ ਕਹਿ ਨਾ ਵੀ ਮੇਰਾ ਤਾਂ ਪਰਮੇਸ਼ਰ ਭਾਈ ਅੰਤਰ ਬਾਹਰ ਹਰ ਪ੍ਰਭ ਏਕੋ ਹੈ। ਮੇਰਾ ਪਰਮੇਸ਼ਰ ਸਾਰੀ ਕਾਇਨਾਤ ਵਿੱਚ ਹੈ, ਕੁਦਰਤ ਵਿੱਚ ਹੈ, ਹਰ ਬੰਦੇ ਵਿੱਚ ਹੈ। ਹਰ ਬੰਦਾ ਜਿਹੜਾ ਹੈ ਉਹ ਮੇਰੇ ਪਰਮੇਸ਼ਰ ਦਾ ਘੜਿਆ ਹੋਇਆ। ਤੇ ਸਤਿਗੁਰੂ ਨੇ ਕਥਨ ਐਵੇਂ ਨਹੀਂ ਕਿਹਾ। ਵੇਖੋ ਜਿਹੜੇ ਲੋਕ ਮਦਦ ਮੰਗਣ ਆਏ, ਹੈਲਪ ਲੈਣ ਆਏ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਧਰਮ ਦੇ ਬੰਦੇ ਨਹੀਂ ਹਨ। ਮਜ਼ਹਬੀ ਤੌਰ ਉੱਤੇ ਉਹਨਾਂ ਦੀ ਫਿਲਾਸਫੀ ਵੱਖਰੀ ਹੈ। ਮਹਾਰਾਜ ਜਾਣਦੇ ਸਨ ਕਿ ਅਸੀਂ ਤੇ ਨਾ ਜਨੇਊ ਧਾਰਨ ਕਰੀਏ, ਨਾ ਧੋਤੀਆਂ ਤੇ ਟਿੱਕਿਆਂ ਦੇ ਹੱਕ 'ਚ ਰਹੀਏ, ਤੇ ਜਿਹੜੇ ਸਾਡੇ ਕੋਲ ਮਦਦ ਲੈਣ ਆਏ ਜਨੇਊ ਧਾਰੀ ਬੰਦੇ ਨੇ। ਸਤਿਗੁਰੂ ਨੇ ਉਹਨਾਂ ਦਾ ਪਹਿਰਾਵਾ ਨਹੀਂ ਵੇਖਿਆ, ਇਹ ਨਹੀਂ ਵੇਖਿਆ ਵੀ ਇਹ ਮਜ਼ਹਬ ਇਹਨਾਂ ਦਾ ਕਿਹੜਾ ਹੈ, ਇਹ ਕਿਹੜੀ ਫਿਲਾਸਫੀ ਨੂੰ ਮੰਨਦੇ ਨੇ, ਇਹਨਾਂ ਦੇ ਕਰਮ ਧਰਮ ਕਿਹੋ ਜਿਹੇ ਨੇ। ਸਤਿਗੁਰੂ ਨੇ ਆਖਿਆ ਦੁਖੀ ਨੇ। ਧਰਮ ਜਿਹੜਾ ਹੈ ਉਹ ਕਿਸੇ ਦੁਖੀ ਦੇ ਹੱਕ ਵਿੱਚ ਖਲੋਣਾ ਹੈ। ਧਰਮ ਜਿਹੜਾ ਹੈ ਉਹ ਕਿਸੇ ਦੁਖਿਆਰੇ ਦੀ ਬਾਂਹ ਫੜਨਾ ਹੈ, ਕਿਸੇ ਦੀ ਮਦਦ ਕਰਨਾ ਹੈ, ਇਹ ਵੇਖਣਾ ਨਹੀਂ ਵੀ ਇਹ ਕੌਣ ਹੈ। ਮੈਂ ਕਈ ਵਾਰ ਉਦਾਹਰਣ ਦਿੱਤੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਮੁਸਲਮਾਨ ਆ ਜਾਂਦੇ, ਮੰਨ ਲਓ, ਉਹ ਕਹਿੰਦੇ ਜੀ ਸਾਡੇ ਮੁਸੱਲੇ ਨੂੰ ਖਤਰਾ ਹੈ, ਸਾਡੀ ਭਾਸ਼ਾ ਨੂੰ ਸਾਡੇ ਧੱਕਾ ਹੁੰਦਾ, ਮਹਾਰਾਜ ਉਹਨਾਂ ਦੀ ਮਦਦ ਵੀ ਉਵੇਂ ਹੀ ਕਰ ਦਿੰਦੇ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸਭਨਾ ਜੀਆਂ ਕਾ ਇੱਕ ਦਾਤਾ। ਉਹਨਾਂ ਦਾ ਤਾਂ ਜਿਹੜਾ ਧਰਮ, ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਹ ਦਿੱਤਾ ਹੈ, ਉਹ ਹੈ ਹੀ ਵੱਖਰਾ। ਉਹ ਤੇ ਭੇਦਭਾਵ, ਉਹ ਸਵਾਰਥ ਤੇ ਥੋੜ੍ਹੀ ਖੜਾ ਵੀ ਤੂੰ ਮੇਰੀ ਬੋਲੀ ਬੋਲ, ਮੈਂ ਤੇਰੀ ਤਾਂ ਹੈਲਪ ਕਰਦਾ, ਤੂੰ ਮੇਰੇ ਪਹਿਰਾਵੇ ਦਾ ਹੈ, ਮੈਂ ਤਾਂ ਤੈਨੂੰ ਹੈਲਪ ਕਰਦਾ। ਇੱਥੇ ਤਾਂ ਮੁਆਫ ਕਰਨਾ, ਸਵਾਰਥੀ ਆਪਣੀ ਬੋਲੀ ਵਾਲੇ ਦੀ ਵੀ ਸਾਰ ਕੋਈ ਨਹੀਂ ਜੇ ਲੈਂਦਾ। ਹਮ ਮਜ਼ਹਬ ਹੋ ਕੇ ਵੀ ਲੋਕ ਇੱਕ ਦੂਜੇ ਤੇ ਤਲਵਾਰਾਂ ਸੂਤਣੋਂ ਨਹੀਂ ਹਟਦੇ। ਤੁਸੀਂ ਵੇਖੋ ਕਿਹੜੇ ਮਜ਼ਹਬ 'ਚ ਕਲੇਸ਼ ਨਹੀਂ ਹੈ ਇਸ ਵੇਲੇ, ਕਿਹੜੇ ਮਜ਼ਹਬ 'ਚ ਨਹੀਂ। ਇੱਕ ਤਾਂ ਆਪਾਂ ਕਹਿੰਦੇ ਨੇ ਇੱਕ ਮਜ਼ਹਬ ਦੇ ਬੰਦੇ ਦੂਜੇ ਮਜ਼ਹਬ ਨਾਲ ਲੜਦੇ ਨੇ, ਦੰਗੇ ਹੋ ਗਏ, ਕਤਲੇਆਮਾਂ ਹੋ ਗਈਆਂ, ਤੇ ਜਦੋਂ ਉਧਰੋਂ ਵਿਹਲੇ ਹੁੰਦੇ ਨੇ ਆਪਸ 'ਚ ਖੜਕ ਜਾਂਦੀ ਹੈ। ਪ੍ਰੋਬਲਮ ਸਾਰੇ ਥਾਈਂ ਇੱਕੋ, ਭਾਵੇਂ ਇੱਕ ਮਜ਼ਹਬ ਦੂਜੇ ਮਜ਼ਹਬ ਨਾਲ ਖਹਿੰਦਾ ਹੈ ਤੇ ਭਾਵੇਂ ਇੱਕ ਮਜ਼ਹਬ ਦੇ ਬੰਦੇ ਆਪਸ ਵਿੱਚ ਖਹਿੰਦੇ ਨੇ, ਅਸੀਂ ਪ੍ਰੋਬਲਮ ਨੂੰ ਫੇਸ ਨਹੀਂ ਕਰ ਰਹੇ। ਉਹ ਪ੍ਰੋਬਲਮ ਅਸੀਂ ਆਪਣੇ ਅੰਦਰ ਰੱਖੀ ਹੋਈ ਹੈ। ਉਹ ਰੋਗ ਸਾਡੇ ਅੰਦਰ ਹੈ, ਬਿਮਾਰੀ ਸਾਡੇ ਅੰਦਰ ਹੈ। ਉਹ ਜਿੱਥੇ ਵੀ ਹੁੰਦੀ ਹੈ ਉੱਥੋਂ ਕਿਤੇ ਨਾ ਕਿਤੇ ਇੰਪਲੀਮੈਂਟ ਹੁੰਦੀ ਰਹਿੰਦੀ ਹੈ, ਪ੍ਰੋਸੈਸ ਵਿੱਚ ਆ ਜਾਂਦੀ ਹੈ। ਮਹਾਰਾਜ ਫਰਮਾਉਂਦੇ ਨੇ ਕਿਉਂ ਐਸਾ ਹੁੰਦਾ ਹੈ। ਇੱਕੇ ਮਜ਼ਹਬ ਦੇ ਬੰਦੇ ਵੀ ਇੱਕ ਦੂਜੇ ਦੀ ਸਹਾਇਤਾ ਨਹੀਂ ਕਰਦੇ, ਇਹ ਦੂਜੇ ਮਜ਼ਹਬ ਦੀ ਵੀ ਸਹਾਇਤਾ ਨਹੀਂ ਕਰਦੇ। ਜਦੋਂ ਇਸ ਪੱਖ ਤੇ ਆ ਜਾਂਦੀ ਹੈ ਕਹਾਣੀ, ਸਤਿਗੁਰੂ ਨੇ ਤਾਂ ਬੜੀ ਡੂੰਘੀ ਗੱਲ ਕੀਤੀ। ਹਜ਼ੂਰ ਕਹਿੰਦੇ ਜਦੋਂ ਵਿਖਾਵਾ ਤੇ ਸਾਰਾ ਕੁਝ ਸਵਾਰਥ ਤੇ ਬੇਸਡ ਹੋਵੇ, ਉਸ ਵੇਲੇ ਤੇ ਮਹਾਰਾਜ ਕਹਿੰਦੇ ਇੱਕ ਪਰਿਵਾਰ ਦਾ ਜੀਅ ਵੀ ਪਰਿਵਾਰ ਦੇ ਨੇੜੇ ਨਹੀਂ ਟੁਕਦਾ, ਦੂਰ ਦੀ ਤਾਂ ਗੱਲ ਹੀ ਛੱਡੋ। ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕੀ ਇਸਤਰੀ ਕੀ ਮਿੱਤਰ ਕੀ ਰਿਸ਼ਤੇਦਾਰ ਕੀ ਬੰਧਪ, ਮੇਰੋ ਮੇਰੋ ਸਭੈ ਕਹਿਤ ਹੈ। ਸਵਾਰਥੀ ਬੰਦਾ ਹਰ ਚੀਜ਼ ਤੇ ਆਪਣਾ ਕੰਟਰੋਲ ਰੱਖਣਾ ਚਾਹੁੰਦਾ। ਮੇਰੋ ਮੇਰੋ ਦਾ ਮਤਲਬ ਹੈ ਉਹ ਚਾਹੁੰਦਾ ਕੰਟਰੋਲ ਮੇਰਾ ਹੋਏ। ਇੱਕ ਫੈਮਿਲੀ ਰਿਲੇਸ਼ਨ ਜਦੋਂ ਵਿਗੜਦੇ, ਕਾਹਤੋਂ? ਮੇਰਾ ਕੰਟਰੋਲ ਮੇਰੇ ਕੋਲ ਹੋਵੇ, ਮੈਨੂੰ ਪੁੱਛਣ ਸਾਰੇ। ਹੁਣ ਕੰਟਰੋਲ ਦੀ ਜਿਹੜੀ ਐਕਸਪਲੇਨੇਸ਼ਨ ਹੈ ਉਹ ਇਕੱਲੀ ਇਹ ਨਹੀਂ ਹੈ ਵੀ ਕਿਸੇ ਨੂੰ ਚਾਬੀਆਂ ਦਾ ਗੁੱਛਾ ਦੇ ਦਿੱਤਾ ਜਾਏ ਤੇ ਕੰਟਰੋਲ ਮਿਲ ਜਾਂਦਾ, ਇਹ ਨਹੀਂ ਗੱਲ। ਕੰਟਰੋਲ ਦਾ ਮਤਲਬ ਹਰ ਬੰਦਾ ਦੂਜੇ ਨੂੰ ਕੰਟਰੋਲ ਵਿੱਚ ਰੱਖ ਕੇ, ਉਹ ਆਪ ਨਹੀਂ ਸਮਝਦਾ ਵੀ ਇੱਕ ਜਿਹੜੀ ਚੀਜ਼ ਮੈਂ ਜੀਣੀ ਚਾਹੁੰਦਾ ਉਹ ਮੈਂ ਦੂਜੇ ਨੂੰ ਹੱਕ ਵੀ ਦਿਆਂ। ਉਹਨੂੰ ਉਦਾਹਰਣ ਦੇਣਾ, ਆਪ ਬੰਦਾ ਕਿਸੇ ਦੂਜੇ ਦੀ ਗਲਤੀ ਨੂੰ ਮੁਆਫ ਨਹੀਂ ਕਰਦਾ ਤੇ ਆਪਣੀ ਗਲਤੀ ਨੂੰ ਚਾਹੁੰਦਾ ਵੀ ਮੇਰੀ ਗਲਤੀ ਭੁੱਲ ਜਾਓ। ਜਦੋਂ ਇਸ ਤਰ੍ਹਾਂ ਦਾ ਉਹਦਾ ਵਿਹਾਰ ਹੁੰਦਾ ਹੈ ਤੇ ਤੁਸੀਂ ਸੋਚੋ ਉਹਦੀ ਕਿਸੇ ਨਾਲ ਬਣ ਸਕੇਗੀ? ਜੇ ਮੈਂ ਚਾਹੁੰਦਾ ਮੇਰੀਆਂ ਗਲਤੀਆਂ ਤੇ ਪੜਦਾ ਹੋਵੇ, ਦੂਜੇ ਦੀ ਤੇ ਵੀ ਪਾਉਣਾ ਸਿੱਖੋ। ਪਰਿਵਾਰ 'ਚ ਦੋ ਜੀ ਹੋਣ ਨਾ, ਇੱਕ ਪਰਿਵਾਰ ਦਾ ਮੈਂਬਰ ਜਿਹੜਾ ਹੈ ਉਹ ਦੂਜੇ ਨੂੰ ਬਾਰ-ਬਾਰ ਜਤਾਉਂਦਾ ਰਹੇ ਤੂੰ ਗਲਤ ਹੈ, ਤੂੰ ਇੱਥੇ ਬਾਰ-ਬਾਰ ਗੱਲ ਚੁੱਕਦਾ ਰਹੇ, ਤੇ ਦੂਜਾ ਖਿਝ ਜਾਏਗਾ ਕਿ ਹੱਦ ਹੋ ਗਈ। ਕਿੰਨਾ ਕੁ ਚਿਰ ਇਸ ਗੱਲ ਨੂੰ ਖਿੱਚੀ ਜਾਣਾ? ਜਦੋਂ ਮੈਂ ਮੰਨ ਹੀ ਲਿਆ ਵੀ ਗਲਤੀ ਹੋਈ ਹੈ ਤੇ ਹੁਣ ਇਹਦਾ ਮਤਲਬ ਇਹ ਥੋੜ੍ਹੀ ਵੀ ਤੁਸੀਂ ਮੈਨੂੰ ਦਬਾਉਂਦੇ ਹੀ ਜਾਓ ਬਾਰ-ਬਾਰ। ਹੋ ਗਿਆ ਸੋ ਹੋ ਗਿਆ।
ਹੁਣ ਉਹ ਬੰਦਾ ਜਿਹੜਾ ਖਿੱਚਦਾ ਹੈ ਵੀ ਮੇਰੀ ਗਲਤੀ ਨੂੰ ਬਾਰ-ਬਾਰ ਤੁਸੀਂ ਬਾਰ-ਬਾਰ ਮੈਨੂੰ ਕਿਉਂ ਇਸ ਤਰ੍ਹਾਂ ਪ੍ਰੈਸ਼ਰਾਈਜ਼ ਕਰਦੇ ਹੋ, ਮੈਂ ਅਪਸੈਟ ਹੁੰਨਾ, ਉਹ ਬੰਦਾ ਜਦੋਂ ਉਹਨੂੰ ਗਲਤੀ ਲੱਭ ਜਾਂਦੀ ਉਦੋਂ ਉਹ ਨਹੀਂ ਛੱਡਦਾ। ਯਾਨੀ ਕਿ ਜੋ ਉਹ ਚਾਹੁੰਦਾ ਹੈ ਆਪਣੇ ਲਈ ਉਹ ਦੂਜੇ ਨੂੰ ਦੇਣਾ ਨਹੀਂ ਚਾਹੁੰਦਾ। ਅਸੀਂ ਸਾਰੇ ਵੈਸੇ ਅਰਦਾਸ ਕਰਦੇ ਮਹਾਰਾਜ ਸਾਡੇ ਗੁਨਾਹ ਬਖਸ਼ੋ, ਪਾਪ ਬਖਸ਼ੋ ਵਗੈਰਾ ਵਗੈਰਾ। ਜਿਹੜਾ ਸਾਡੇ ਕਾਬੂ ਆ ਜਾਏ ਆਪਾਂ ਕਿੰਨਾ ਕੁ ਬਖਸ਼ਦੇ, ਜਰਾ ਸੋਚੋ। ਜਿਹੜਾ ਸਾਡੇ ਕਾਬੂ ਆ ਜਾਏ, ਸੁਸਾਇਟੀ 'ਚ ਕਿਸੇ ਨਾਲ ਕੁਝ ਵਾਪਰ ਜਾਏ ਨਾ, ਅਸੀਂ ਆਖਰੀ ਸਾਹ ਤੱਕ ਉਸ ਬੰਦੇ ਨੂੰ ਜ਼ਲੀਲ ਕਰਨ ਤੋਂ, ਬੇਇੱਜ਼ਤ ਕਰਨ ਤੋਂ, ਉਸ ਬੰਦੇ ਦੀ ਗਲਤੀ ਨੂੰ ਹਵਾ 'ਚੋਂ ਉਛਾਲਣ ਤੋਂ ਕਦੇ ਵੀ ਖੁੰਝਦੇ ਨਹੀਂ। ਸਾਨੂੰ ਲੱਗਦਾ ਮਸਾਂ ਹੀ ਤਾਂ ਇਹ ਕਾਬੂ ਆਇਆ ਹੈ ਸਾਡੇ। ਤੋ ਸਾਡੇ ਜਿਹੜਾ ਵਿਹਾਰ ਹੈ, ਅਸੀਂ ਦੋ ਤਰ੍ਹਾਂ ਦੀ ਲਾਈਫ ਜੀ ਰਹੇ ਹਾਂ, ਆਪਣੇ ਲਈ ਹੋਰ, ਦੂਜੇ ਲਈ ਹੋਰ। ਇਹ ਕੰਟਰੋਲ ਕਰਨਾ, ਇਹਦੀਆਂ ਕਈ ਕਿਸਮ ਦੀਆਂ ਵਿਆਖਿਆਵਾਂ, ਐਕਸਪਲੇਨੇਸ਼ਨਸ ਹੋ ਸਕਦੀਆਂ ਨੇ। ਮਹਾਰਾਜ ਆਖਦੇ ਨੇ ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਂਧਿਓ ਚੀਤ, ਕਿਉਂਕਿ ਸਵਾਰਥ ਨਾਲ ਬੱਝਾ ਹੋਇਆ ਹੈ ਚਿੱਤ। ਹਜ਼ੂਰ ਆਖਦੇ ਨੇ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ। ਪਰ ਹੇ ਮਨੁੱਖ, ਇਹ ਜਿਹੜੇ ਝੂਠੇ ਕੰਟਰੋਲ ਤੋਂ ਚਾਹੁੰਦੇ ਜ਼ਿੰਦਗੀ ਨੂੰ ਬੇਰਸਾ ਕਰ ਦਿੰਦੇ ਨੇ, ਇਹ ਲਾਈਫ ਨੂੰ ਇੰਜੋਏ ਨਹੀਂ ਕਰਨ ਦਿੰਦੇ, ਇਹ ਉਹਨੂੰ ਪ੍ਰੋਪੋਗੰਡੇ 'ਚ ਪਾ ਦਿੰਦੇ ਨੇ, ਇਹ ਸਾਜ਼ਿਸ਼ਕਾਰੀ ਬਣਾ ਦਿੰਦੇ ਨੇ ਤੇਰੇ ਮਾਈਂਡ ਨੂੰ। ਹਰ ਵੇਲੇ ਤੂੰ ਆਪਣਿਆਂ ਨਾਲ ਸਾਜ਼ਿਸ਼ਾਂ ਰਚਦਾ ਰਹਿਣਾ, ਹਰ ਵੇਲੇ ਤੂੰ ਘੁੰਡੀਆਂ ਕੱਢਦਾ ਰਹਿਣਾ, ਹਰ ਵੇਲੇ ਤੂੰ ਉਲਝਿਆ ਰਹਿਣਾ ਵੀ ਮੈਂ ਕਿਸ ਤਰ੍ਹਾਂ। ਤੈਨੂੰ ਇਵੇਂ ਲੱਗਦਾ ਵੀ ਜਿਵੇਂ ਤੂੰ ਆਪਣੇ ਰਿਲੇਸ਼ਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਲਿਆ। ਇਹ ਤੇਰੀ ਮੈਂਟੈਲਿਟੀ ਘੜੀ ਜਾਂਦੀ ਹੈ, ਤੂੰ ਬਾਣੀ ਇਹੋ ਜਿਹਾ ਜਾਂਦਾ, ਤੇਰੇ ਅੰਦਰ ਦੀ ਸਫਾਈ ਤੇ ਪਵਿੱਤਰਤਾ ਜਿਹੜੀ ਉਹ ਘਟ ਜਾਂਦੀ ਹੈ ਜੀਵਨ 'ਚੋਂ। ਮਹਾਰਾਜ ਉਹਨੂੰ ਕਹਿੰਦੇ ਨੇ ਅੰਤ ਕਾਲ ਸੰਗੀ ਨਾ ਕੋ, ਇਹ ਤੇਰੇ ਸੰਗੀ ਥੋੜ੍ਹਾ ਹੋਣਗੇ, ਇਹਨਾਂ ਨੇ ਤੇਰਾ ਸਾਥ ਥੋੜ੍ਹਾ ਦੇਣਾ। ਓੜਕ ਨੂੰ ਇਹ ਤੇਰੇ ਕੰਮ ਆਉਣ ਵਾਲੀਆਂ ਚੀਜ਼ਾਂ ਤੋਂ, ਇਹ ਤਾਂ ਨਕੰਮੀਆਂ ਚੀਜ਼ਾਂ ਨੇ, ਇਹ ਤੂੰ ਕੂੜਾ ਇਕੱਠਾ ਕਰਦਾ ਹੈ ਜ਼ਿੰਦਗੀ 'ਚ। ਇਹ ਅਚਰਜ ਹੈ ਰੀਤ। ਮਹਾਰਾਜ ਕਹਿੰਦੇ ਦੇਖੋ ਕੁਦਰਤ ਦਾ ਕਾਨੂੰਨ ਕਿੰਨਾ ਅਚਰਜ ਹੈ। ਜੋ ਅਸੀਂ ਇਕੱਠਾ ਕਰਦੇ ਉਹ ਸਾਡੇ ਕੰਮ ਨਹੀਂ ਆਉਂਦਾ, ਜੋ ਕੰਮ ਆਉਣ ਵਾਲੀ ਚੀਜ਼ ਹੈ ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਇਹ ਕੈਸੀ ਅਚਰਜ ਬਾਤ ਹੈ। ਹਜ਼ੂਰ ਆਖਦੇ ਨੇ ਮਨ ਮੂਰਖ ਅਜਹੂ ਨਹਿ ਸਮਝਤ, ਸਿੱਖ ਦਾ ਹਾਰਿਓ ਨੀਤ। ਮੈਂ ਰੋਜ਼ ਮਨ ਨੂੰ ਐਸੀ ਸਿੱਖਿਆ ਦਿੰਦਾ ਵੀ ਮਨਾ ਐਸੀ ਘਾੜਤ ਆਪਣੀ ਨਾ ਘੜ, ਨਾ ਇਹੋ ਜਿਹਾ ਬਣ। ਪਰ ਇਹ ਮੂਰਖ ਹੈ, ਸਮਝਦਾ ਹੀ ਨਹੀਂ, ਉਹਨਾਂ ਚੀਜ਼ਾਂ ਦੇ ਪਿੱਛੇ ਹੀ ਦੌੜਦਾ, ਉਹੋ ਜਿਹਾ ਵਿਹਾਰ ਹੀ ਕ੍ਰੀਏਟ ਕਰਦਾ, ਉਹੋ ਜਿਹੇ ਖਿਆਲ ਹੀ ਬੁਣਦਾ ਰਹਿੰਦਾ। ਅਤੇ ਇਹਦੇ ਤੋਂ ਪਾਰ ਉਤਾਰੇ ਦਾ, ਮੁਕਤ ਹੋਣ ਦਾ, ਇਸ ਤੋਂ ਛੁੱਟਣ ਦਾ ਰਾਹ ਕੀ ਹੈ? ਨਾਨਕ ਭੌਜਲ ਪਾਰ ਪਰੈ। ਇਹ ਭੌਜਲ ਹੈ ਜਿਸ ਵਿੱਚ ਤੂੰ ਫਸਿਆ। ਭੌਜਲ ਦੀ ਵਿਆਖਿਆ ਵੀ ਸਤਿਗੁਰੂ ਹਰ ਸ਼ਬਦ ਵਿੱਚ ਆਪਣੇ ਤਰੀਕੇ ਨਾਲ ਕਰਨਗੇ। ਕਿਵੇਂ ਮੁਕਤ ਹੋਇਆ ਜਾਏ, ਕਿਵੇਂ ਡੁੱਬਣ ਤੋਂ ਬਚਿਆ ਜਾਏ ਇਹਨਾਂ ਚੀਜ਼ਾਂ 'ਚੋਂ। ਜੋ ਗਾਵੈ ਪ੍ਰਭ ਕੇ ਗੀਤ। ਸਤਿਗੁਰੂ ਮਹਾਰਾਜ ਨੇ ਜਿਹੜਾ ਬੇਸ ਰੱਖਿਆ ਹਰ ਜਗ੍ਹਾ ਦੇ ਉੱਤੇ ਬਾਣੀ ਅੰਦਰ, ਉਹ ਹੈ ਪ੍ਰਭੂ। ਪ੍ਰਭੂ ਦੀ ਕੀ ਵਿਆਖਿਆ, ਪ੍ਰਭੂ ਦੇ ਕੀ ਗੁਣ ਨੇ। ਗੀਤ ਦਾ ਮਤਲਬ ਹੁੰਦਾ ਹੈ ਕਿਸੇ ਦੀ ਸਿਫਤ ਕਰਨੀ, ਸ਼ੋਭਾ ਕਰਨੀ, ਵਡਿਆਈ ਕਰਨੀ, ਕਿਸੇ ਦੇ ਗੁਣ ਗਾਉਣੇ। ਅਤੇ ਅਕਾਲ ਪੁਰਖ ਪਰਮੇਸ਼ਰ ਦਾ ਜੋ ਸਤਿਗੁਰੂ ਨੇ ਬਾਣੀ 'ਚ ਚਿੰਤਨ ਰੱਖਿਆ ਹੈ, ਜੋ ਜਿਸ ਲਹਿਜ਼ੇ ਵਿੱਚ ਉਹਨੂੰ, ਜਿਸ ਤਰ੍ਹਾਂ ਦੀ ਉਹਦੀ ਵਿਆਖਿਆ ਕੀਤੀ ਹੈ ਕਿ ਇਵੇਂ ਉਹਦਾ ਚਿੰਤਨ ਕਰ, ਉਹੀ ਤੈਨੂੰ ਬਚਾ ਸਕਦਾ, ਇਸ ਭਵਜਲ ਤੋਂ ਬਾਹਰ ਕੱਢ ਸਕਦਾ, ਇਸ ਸਿਚੁਏਸ਼ਨ ਤੋਂ ਮੁਕਤ ਕਰ ਸਕਦਾ ਹੈ, ਜੇ ਤੂੰ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਮਿਆਰ ਸਿਰਜਣ ਹਿਤ ਵਰਤੇ, ਆਪਣੀ ਜ਼ਿੰਦਗੀ ਦਾ ਆਧਾਰ ਤੇ ਆਸਰਾ ਬਣਾਏ। ਸਾਹਿਬ ਕਿਰਪਾ ਕਰਨ, ਮਹਾਰਾਜ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।